ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜੇ ਬੈਠੀ ਗੁਰੂ ਕੀ ਸੰਗਤ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਇਹ ਸਮਾਗਮ ਅਤੇ ਬੁਲਾਰਿਆਂ ਦੇ ਵਿਚਾਰ ਰੱਖਣ ਦਾ ਜਿਹੜਾ ਇਹ ਸਮਾਂ, ਇਹ ਇੱਕ ਖਾਸ ਮਕਸਦ ਦੇ ਲਈ ਜਿਹੜਾ ਰੱਖਿਆ ਗਿਆ। ਜੇ ਮੇਰੇ ਤੋਂ ਪਹਿਲਾਂ ਸਾਰੇ ਬੁਲਾਰੇ ਨੇ ਲਗਭਗ ਤੁਹਾਨੂੰ ਦੱਸ ਦਿੱਤਾ ਹੋਇਆ ਕਿ ਸਰਦਾਰ ਸੰਦੀਪ ਸਿੰਘ ਦੀਪ ਸਿੱਧੂ ਜਿਹੜਾ ਕੁਝ ਸਮੇਂ ਪਹਿਲਾਂ ਕਿਸਾਨੀ ਸੰਘਰਸ਼ ਦੌਰਾਨ ਤਿੰਨ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਵਿਰੋਧ ਕਰਦਿਆਂ ਹੋਇਆਂ ਬਹੁਤ ਲੰਬਾ ਸੰਘਰਸ਼ ਉਹਨੇ ਲੜਿਆ ਔਰ ਫਿਰ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਉਸ ਦੀਪ ਸਿੰਘ ਸਿੱਧੂ ਨੇ ਚਲਾਇਆ। ਔਰ ਉਸ ਤੋਂ ਬਾਅਦ ਦੇ ਵਿੱਚ ਪੰਥਕ ਸਫਾ ਦੇ ਵਿੱਚ ਉਹਨੇ ਸੱਚ ਅਤੇ ਝੂਠ ਪਛਾਣ ਕੇ, ਗੁਰੂ ਦੀ ਕਿਰਪਾ ਨਾਲ ਪੜ੍ਹਿਆ ਲਿਖਿਆ ਹੋਣ ਕਰਕੇ ਸੱਚ ਅਤੇ ਝੂਠ ਪਛਾਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੱਸੇ ਹੋਏ ਮਾਰਗ ਅਤੇ 10ਵੇਂ ਗੁਰੂ ਦਾ ਜਿਹੜਾ ਤੁਸੀਂ ਦੋਹਰਾ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ, ਭਾਈ ਗਿਆਨ ਸਿੰਘ ਦਾ ਲਿਖਿਆ ਹੋਇਆ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ, ਉਸ ਦੋਹਰੇ ਨੂੰ ਪਛਾਣਦਿਆਂ ਹੋਇਆ ਉਹਨੇ ਪੰਥਕ ਸਫਾ ਦੇ ਵਿੱਚ ਵਿਚਰ ਕੇ ਪੰਜਾਬ ਦੇ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ, ਸਵੈ ਨਿਰਣੇ ਦੇ ਹੱਕ ਦੀ ਗੱਲ ਉਹਨੇ ਕੀਤੀ। ਉਹਨੇ ਹੋਂਦ ਦੀ ਲੜਾਈ ਲੜੀ। ਉਹਨੇ ਤੁਹਾਨੂੰ ਸਾਰਿਆਂ ਨੂੰ, ਮੈਨੂੰ ਤੁਹਾਡੇ ਸਾਰਿਆਂ ਨੂੰ ਜਾਗਰੂਕ ਕੀਤਾ ਕਿ ਅਸੀਂ ਆਪਣਾ ਪੰਜਾਬ ਨੂੰ ਬਚਾਉਣ ਦੇ ਲਈ ਆਪਣੀ ਹੋਂਦ ਦੀ ਲੜਾਈ ਦੇ ਵਿੱਚ ਸੰਘਰਸ਼ ਪਾਉਂਦਿਆਂ ਹੋਇਆਂ ਇਸ ਧਰਤੀ ਨੂੰ ਭਾਰਤ ਦੇ ਚੰਗਲ ਤੋਂ ਵੱਖ ਕਰਕੇ, ਜਿਸ ਤਰ੍ਹਾਂ ਪਹਿਲਾਂ ਇਹ ਖਾਲਸਾ ਰਾਜ ਦਾ ਹਿੱਸਾ ਸੀਗਾ, ਉਹ ਰਾਜ ਦੀ ਸਥਾਪਤੀ ਜਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਵਾਲੇ ਸਿਧਾਂਤ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਕੁਝ ਸਮਾਂ ਪਹਿਲਾਂ ਜਾਮੇ ਸ਼ਹਾਦਤ ਪੀ ਗਏ। ਸ਼ਹੀਦ ਕੀ ਜੋ ਮੌਤ ਹੈ ਫੋ ਕੌਮ ਕੀ ਹਯਾਤ ਹੈ, ਹਯਾਤ ਹੈ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਭਾਈ ਸੀਤਲ ਸਿੰਘ, ਭਾਈ ਸੋਹਣ ਸਿੰਘ ਸੀਤਲ ਦਾ ਲਿਖਿਆ ਇਹ ਦੋਹਰਾ। ਇਹ ਗੱਲ ਜਿਹੜੀ ਆ ਤੁਹਾਨੂੰ ਆਪਣੇ ਘਰ ਕਰ ਲੈਣੀ ਚਾਹੀਦੀ ਆ ਕਿ ਅਕਸਰ ਉਹਦੀ ਸ਼ਹਾਦਤ ਹੋਈ ਕਿਉਂ। ਉਸ ਤੋਂ ਪਹਿਲਾਂ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ, ਉਹ ਵੀ ਤੁਹਾਡੀ ਹੋਂਦ ਦਾ ਮਤਾ ਸੀਗਾ, ਉਸ ਮਤੇ ਦੀ ਖਾਤਰ ਧਰਮ ਯੁੱਧ ਮੋਰਚਾ ਚਲਾ ਕੇ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਉਹ ਸਰਦਾਰ ਕਪੂਰ ਸਿੰਘ ਦਾ ਲਿਖਿਆ ਹੋਇਆ ਸੀਗਾ, ਜਿਹਦੇ 'ਤੇ ਬਾਅਦ ਵਿੱਚ ਚੱਲਦਿਆਂ ਹੋਇਆਂ ਬਾਅਦ ਵਿੱਚ ਜਿਹੜੇ ਝੂਠੇ ਅਕਾਲੀ ਲੀਡਰ ਸੀਗੇ ਉਸ ਵੇਲੇ ਦੇ ਉਹ ਤਾਂ ਗਏ ਭੱਜ, ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜਿਹੜੀ ਇਹ ਗੱਲ ਕਹੀ ਸੀ ਵੀ ਅਸੀਂ ਆਖਰੀ ਗੋਲੀ ਅਤੇ ਆਖਰੀ ਸਾਹ ਤੱਕ ਜਿਹੜਾ ਫੌਜ ਦਾ ਮੁਕਾਬਲਾ ਕਰਾਂਗੇ, ਉਹਨਾਂ ਨੇ ਉਸ ਖਾਸ ਮਕਸਦ ਦੇ ਲਈ ਅਤੇ ਨਾਲ ਇਹ ਵੀ ਗੱਲ ਕਹੀ ਕਿ ਜਿਹੜਾ ਅਸੀਂ ਦੋਹਰਾ ਪੜ੍ਹਦੇ ਹਾਂ ਗੁਰੂ ਦੇ ਸਨਮੁਖ ਹੋ ਗਏ, ਜਿਸ ਦਿਨ ਦਰਬਾਰ ਸਾਹਿਬ 'ਤੇ ਫੌਜ ਚੜ੍ਹ ਗਈ ਉਸ ਦਿਨ ਉਸ ਦੋਹਰੇ ਦੇ ਅਰਥ ਜਿਹੜੇ ਉਹ ਹੋਰ ਹੋ ਜਾਣਗੇ। ਉਸ ਦਿਨ ਇਹ ਗੱਲ ਕਹੀ ਜਾਊਗੀ ਕਿ ਉਸ ਦਿਨ ਸਿੱਖ ਕੌਮ ਦੇ ਕੌਮੀ ਘਰ ਖਾਲਿਸਤਾਨ ਦੀ ਜਿਹੜੀ ਹੈ ਉਹ ਨਹੀਂ ਰੱਖੀ ਗਈ। ਪਰ ਮੈਂ ਉਹ ਗੱਲ ਨੂੰ ਤੁਹਾਨੂੰ ਕਹਾਂ, ਸਾਡਾ ਜਿਹੜਾ ਫਰਜ਼ ਹੈ ਉਹ ਕੌਮ, ਜੇ ਕਿਸੇ ਦਾ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਵਿੱਚ ਕਿਸੇ ਦਾ ਕੌਮ ਦੇ ਵਿੱਚ ਸਤਿਕਾਰ ਹੈ, ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਵਿੱਚ ਗੁਰੂ ਸਾਹਿਬਾਨ ਤੋਂ ਜੇ ਕੌਮ ਦੇ ਵਿੱਚ ਕਿਸੇ ਦਾ ਸਤਿਕਾਰ ਹੈ ਤਾਂ ਸ਼ਹੀਦ ਸਿੰਘਾਂ ਦਾ, ਅਤੇ ਕੌਮ ਦਾ ਫਰਜ਼ ਬਣਦਾ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ, ਨਾ ਕਿ ਅਸੀਂ ਭਾਰਤ ਮਾਤਾ ਕੀ ਜੈ ਦਾ ਜੈ ਹਿੰਦ ਕਹਿ ਕੇ ਜਿਹੜਾ ਜਿਸ ਤਰ੍ਹਾਂ ਪਹਿਲਾਂ ਰੈਪੇਰੀਅਨ ਕਾਨੂੰਨ ਦੀ ਗੱਲ ਕੀਤੀ ਹੈ ਇੱਥੇ ਇਹਨਾਂ ਨੇ, ਰੈਪੇਰੀਅਨ ਲਾ ਦੇ ਮੁਤਾਬਕ ਭਾਰਤ ਉਸ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਹੋਇਆ ਜਿਹੜਾ ਇੰਟਰਨੈਸ਼ਨਲ ਕਾਨੂੰਨ ਹੈ 1948 ਤੋਂ ਤੁਹਾਡਾ 75% ਪਾਣੀ ਅਤੇ ਬਿਜਲੀ ਭਾਰਤੀ ਸਰਕਾਰ ਹੁਣ ਤੱਕ ਲੁੱਟਦੀ ਆ ਰਹੀ ਹੈ। ਹੁਣ ਭਾਖੜਾ ਮੈਨੇਜਮੈਂਟ ਬੋਰਡ ਦੀ ਗੱਲ ਕੀਤੀ ਉੱਤੇ ਵੀ ਇੰਡੀਅਨ ਹਕੂਮਤ ਕਾਬਜ਼ ਹੋ ਗਈ ਹੈ ਅਤੇ ਤੁਹਾਨੂੰ ਮਹਿੰਗੇ ਭਾਅ ਦੀ ਕੋਲੋਂ ਤਿਆਰ ਬਿਜਲੀ ਮਿਲਦੀ ਹੈ, ਤੁਹਾਡਾ ਪਾਣੀ ਦੂਸਰੇ ਸੂਬੇ ਫ੍ਰੀ ਵਰਤਦੇ ਆ। ਅਤੇ ਜਿਹੜਾ ਇੱਕ ਆਹ ਪਿੱਛੇ ਜੇ ਮੇਰੇ ਕੋਲ ਸਬੂਤ ਪਏ ਹੋਏ ਨੇ, ਮੈਂ ਬਹੁਤੇ ਲੰਬੇ ਵਿਚਾਰਾਂ 'ਚ ਨਹੀਂ ਜਾਣਾ, ਤੁਸੀਂ ਬਹੁਤ ਦੇਰ ਦੇ ਬੈਠੇ, ਕਿਸ ਦਿਨ ਫਿਰ ਮੌਕਾ ਮਿਲੇਗਾ ਕਰ ਲਾਂਗੇ ਵਿਚਾਰ। ਪਰ ਮੈਂ ਛੋਟੀ ਜਿਹੀ ਗੱਲ ਤੁਹਾਡੇ ਇੱਕ ਜਹਿਨ 'ਚ ਪਾ ਦਾਂ, ਦਿੱਲੀ ਸਟੇਟ, ਦਿੱਲੀ ਹਕੂਮਤ ਜਿਸ ਦਿਨ ਤੇ ਤੁਹਾਨੂੰ ਇਹ ਕਿਤਾਬਾਂ 'ਚ ਪੜ੍ਹਾ ਰਹੇ ਆ ਕਿ 1947 ਦੇ ਵਿੱਚ ਤੁਸੀਂ ਆਜ਼ਾਦ ਹੋਏ ਹੋ, ਮੈਂ ਹੁਣ ਇੱਕ ਗੱਲ ਕਰਕੇ ਉਹ ਜਿਹੜੀ ਤੁਹਾਨੂੰ ਗੱਲ ਤੁਹਾਨੂੰ ਸਮਝਾਉਣੀ ਚਾਹੁੰਦਾ ਕਿ ਤੁਹਾਨੂੰ ਇਹ ਗੱਲ ਸਮਝਾਈ ਗਈ ਹੈ ਤੁਸੀਂ ਆਜ਼ਾਦ ਹੋਏ ਹੋ, ਪਰ 1947 ਦੇ ਵਿੱਚ ਤੁਹਾਡੀ ਲਗਭਗ ਕੁੱਲ ਆਬਾਦੀ ਦਾ ਅੱਧਾ ਆਬਾਦੀ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਦੇ ਵਿੱਚ ਆਏ। ਜਿਹੜੇ ਪੁਰਾਣੇ ਬਜ਼ੁਰਗ ਕੋਈ ਇੱਧਰਲੇ ਇਲਾਕੇ ਦੇ ਵਿੱਚ ਵੀ ਉੱਧਰੋਂ ਪਾਕਿਸਤਾਨ ਦੇ ਵਿੱਚੋਂ ਇੱਧਰ ਚੱਲ ਕੇ ਆਏ ਹੋਣਗੇ, ਉਹਨਾਂ ਨੂੰ ਪੁੱਛੋ ਵੀ ਤੁਸੀਂ ਆਜ਼ਾਦ ਹੋ ਕੇ ਆਏ ਸੀ, ਉਹ ਇੱਕ ਲਫ਼ਜ਼ ਬੋਲਦੇ ਅਸੀਂ ਉੱਜੜ ਕੇ ਆਏ ਸੀ। ਤੁਹਾਡਾ ਹੋਇਆ ਸੰਨ 47 ਵਿੱਚ ਉਜਾੜਾ, 10 ਲੱਖ ਤੋਂ ਵੱਧ ਉਸ ਵੇਲੇ ਪੰਜਾਬ ਦੇ ਵਸਿੰਦੇ ਜਿਹੜੇ ਆ ਉਹਦੀਆਂ ਜਾਨਾਂ ਤੋਂ ਹੱਥ ਧੋਲਿਆ। ਆਜ਼ਾਦੀ ਇਹੋ ਜਿਹੀ ਨਹੀਂ ਹੁੰਦੀ। ਫਿਰ ਜੇ ਤੁਸੀਂ ਉੱਜੜ ਕੇ ਆਏ, ਕੀ ਤੁਸੀਂ ਆਪਣੇ ਘਰ-ਬਾਰ ਲਾ ਚੱਕ ਲਿਆਂਦੇ? ਨਾ ਤੁਸੀਂ ਆਪਣੇ ਘਰ-ਬਾਰ ਲਿਆ ਸਕੇ, ਨਾ ਤੁਸੀਂ ਆਪਣੀਆਂ ਜ਼ਮੀਨਾਂ ਨਾਲ ਲਿਆ ਸਕੇ, ਨਾ ਤੁਸੀਂ ਆਪਣਾ ਗਹਿਣਾ ਕੱਟਾ ਲਿਆ ਸਕੇ, ਨਾ ਤੁਸੀਂ ਆਪਣੇ ਵਪਾਰ ਨਾਲ ਚੱਕ ਕੇ ਲਿਆ ਸਕੇ, ਅਤੇ ਫਿਰ
ਭਾਈ ਸਿੱਖੋ ਤੁਸੀਂ ਚੜ੍ਹਦੇ ਪੰਜਾਬ 'ਚੋਂ ਲਹਿੰਦੇ 'ਚ ਇੱਥੇ ਲਹਿੰਦੇ ਵਿੱਚੋਂ ਚੜ੍ਹਦੇ ਵਿੱਚ ਲੈਣ ਕੀ ਆਏ? ਜੇ ਆਹ ਹੀ ਹਾਲਾਤਾਂ ਦੇ ਵਿੱਚ ਗੁਲਾਮੀ ਚੱਲਣੀ ਸੀ ਇੱਥੇ ਭਾਰਤ ਦੀ, ਤੇ ਫਿਰ ਲਹਿੰਦੇ 'ਚ ਉੱਜੜਨਾ ਕਿਉਂ ਸੀ? ਲਹਿੰਦੇ ਵਾਲੇ ਉਹਨਾਂ ਦੀ ਚੱਲ ਲੈਂਦੇ ਪਾਕਿਸਤਾਨੀਆਂ ਦੀ। ਫਿਰ 10 ਲੱਖ ਮੌਤਾਂ ਕਿਉਂ ਕਰਾਈਆਂ ਆਪਣੀਆਂ? ਫਿਰ ਆਪਣੇ ਜਾਨਾਂ ਤੋਂ ਪਿਆਰੇ ਆਪਣਾ ਦਿਲ ਨਨਕਾਣਾ ਸਾਹਿਬ ਕਿਉਂ ਛੱਡ ਕੇ ਆਏ ਤੁਸੀਂ ਉੱਥੋਂ? ਦੱਸੋ। ਜੇ ਗੁਲਾਮੀ ਕੱਟਣੀ ਹੈ ਤਾਂ ਫਿਰ ਤੁਸੀਂ ਉੱਧਰ ਉਹਨਾਂ ਦੀ ਕੱਟ ਲੈਂਦੇ, ਚੜ੍ਹਦੀ ਵਾਲੇ ਦੇ ਪਾਸੇ ਇਹਨਾਂ ਦੀ ਕੱਟ ਲੈਂਦੇ। ਫਿਰ ਤੁਸੀਂ ਜਾਨਾਂ ਤੋਂ ਪਿਆਰੇ ਆਪਣੇ ਗੁਰਦੁਆਰਾ ਸਾਹਿਬਾਨ ਜਿਹੜੇ ਉੱਥੇ ਖੰਡਰ ਬਣੇ ਹੋਏ ਆ, ਉਹ ਆਪਣੇ ਜਿਹੜੇ ਨੁਮਾਇੰਦੇ ਆ, ਜਿਹੜੇ ਆਪਣੇ ਕੌਮ ਦੇ ਰਹਿਬਰ ਆ, ਉਹਨਾਂ ਨੂੰ ਉਡੀਕ ਰਹੇ ਆ ਕਿ ਮੇਰਾ ਗੁਰੂ ਕਾ ਖਾਲਸਾ ਆਏਗਾ, ਜਿੱਥੇ ਇਹਨੇ ਰਾਜ ਕੀਤਾ ਆ ਕੇ ਇਹਨਾਂ ਦੀ ਨੁਮਾਇੰਦਗੀ ਕਰੇਗਾ। ਉਹ ਕਿਸ ਤਰ੍ਹਾਂ ਕਰੋਗੇ? ਇਹਨਾਂ ਹੱਕਾਂ ਦੀ ਖਾਤਰ ਦੀਪ ਸਿੰਘ ਸਿੱਧੂ ਜੂਝੇ ਆ, ਇਹਨਾਂ ਹੱਕਾਂ ਦੀ ਖਾਤਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੂਝੇ ਆ, ਬਾਬਾ ਗੁਰਬਚਨ ਸਿੰਘ ਮਾਨੋਚਾਲ ਜੂਝੇ ਆ, ਤੁਹਾਡੇ ਪਿੰਡ ਦਾ ਸਿੰਘ ਸ਼ਹੀਦ ਹੋਇਆ ਉਹ ਜੂਝੇ ਆ, ਤੁਹਾਡੇ ਬਿਲਕੁਲ ਗੁਆਂਢ ਦੇ ਵਿੱਚ ਸਰਬਜੀਤ ਸਿੰਘ ਜੌਲਾ ਪਿੰਡ ਤੋਂ ਸ਼ਹੀਦ ਹੋਇਆ ਉਹ ਜੂਝੇ ਆ, ਅਤੇ ਹੋਰ ਤੁਸੀਂ ਕਿੰਨੇ ਕੁ ਸ਼ਹੀਦਾਂ ਨੂੰ ਸ਼ਹੀਦ ਕਰਾਉਣਾ ਭਾਰਤ ਕੋਲੋਂ? ਅੱਧੇ ਸਾਡੇ ਜੇਲ੍ਹਾਂ 'ਚ ਡੱਕੇ ਗਏ ਪਿੱਛੇ ਜੇ, ਹੋਰ ਸਾਡੇ ਨੌਜਵਾਨ ਚੱਕ ਕੇ ਇਹ ਜਿਹੜਾ ਕਾਨੂੰਨ ਲਾਇਆ UAPA ਉਹਦੇ ਅੰਡਰ ਸਾਡੇ ਫਿਰ ਨੌਜਵਾਨ ਜੇਲ੍ਹਾਂ 'ਚ ਦੇ ਦਿੰਦੇ ਆ। ਇਹ ਮੈਨੂੰ ਇੱਕ ਗੱਲ ਦੱਸੋ, ਮੇਰਾ ਕਿਸੇ ਨਾਲ ਵੈਰ ਨਹੀਂ ਹੋ ਉਸ ਤਰ੍ਹਾਂ, ਪਰ ਮੈਂ ਇਹ ਤੁਹਾਨੂੰ ਗੱਲ ਕਹਿਣੀ ਚਾਹੁੰਦਾ, ਮੈਨੂੰ ਇਹ ਗੱਲ ਦੱਸੋ, ਜਿਹੜਾ UAPA ਅਨਲਾਫੁਲ ਐਕਟੀਵਿਟੀਜ਼ ਪ੍ਰੋਵੀਜ਼ਨ ਐਕਟ ਹੈ, ਜਿਹੜਾ NIA ਨੂੰ ਉਹਦੀ ਜਾਂਚ ਦੀ ਇਨਵੈਸਟੀਗੇਸ਼ਨ ਕਰਨ ਦਾ ਮੌਕਾ ਦਿੱਤਾ ਹੋਇਆ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਨਾ ਉਹਨੂੰ ਕਿਸੇ ਥਾਣੇ ਦਾ ਡਰ ਹੈ, ਨਾ ਉਹਨੂੰ ਕਿਸੇ ਅਦਾਲਤ ਦਾ ਡਰ ਹੈ। ਉਹ ਕਿਸੇ ਵੀ ਨੌਜਵਾਨ ਨੂੰ ਚੱਕਦੀ ਹੈ, ਕਿਸੇ ਬੀਬੀ ਨੂੰ ਚੱਕਦੀ ਹੈ, ਉਹ ਤੇ ਉਹ UAPA ਕਾਨੂੰਨ ਲਾ ਦਿੰਦੀ ਹੈ, ਅਤੇ ਉਸ ਤੋਂ ਬਾਅਦ ਵਿੱਚ 2 ਸਾਲ ਜੱਜ ਅਪੀਲ ਦੀ ਤੁਹਾਡੀ ਸੁਣਦਾ, ਕੋਈ ਵਕੀਲ ਤੁਹਾਡਾ ਕੋਈ ਨਹੀਂ ਸੁਣਦਾ, ਉੱਥੇ ਤੁਹਾਡੀ ਮੁੜ ਕੇ ਸੁਣਵਾਈ ਨਹੀਂ ਹੁੰਦੀ, ਕਿਉਂਕਿ ਉਹ ਤੁਹਾਨੂੰ ਅੱਤਵਾਦੀ ਡਿਕਲੇਅਰ ਕਰ ਦਿੰਦੇ ਆ। ਅਤੇ ਮੈਨੂੰ ਪਰ ਇੱਕ ਗੱਲ ਦੱਸੋ, 47 ਤੋਂ ਲੈ ਕੇ ਹੁਣ ਤੱਕ ਇਸ ਭਾਰਤ ਵਰਸ਼ ਦੇ ਵਿੱਚ ਪਹਿਲਾਂ ਪੋਟਾ ਹੁੰਦਾ ਸੀਗਾ, ਮਕੋਕਾ ਬਣਿਆ, ਹੁਣ UAPA ਉਹ ਤੋਂ ਵੀ ਖਤਰਨਾਕ ਕਰਤਾ। ਇਹ ਕਿਸੇ ਇੱਕ ਵੀ ਹਿੰਦੂ ਵੀਰ 'ਤੇ ਲੱਗਾ ਤਾਂ ਮੈਨੂੰ ਦਿਖਾਓ ਰਿਕਾਰਡ ਚੱਕ ਕੇ। ਇਹ ਸਾਰੇ ਅੱਤਵਾਦੀ ਤੁਸੀਂ ਬਹਿ ਗਏ, ਇੱਥੇ ਆ ਗਏ, ਤੁਸੀਂ ਰੌਲਾ ਪਾਉਂਦੇ ਹੋ ਅਸੀਂ ਕੁਰਬਾਨੀਆਂ ਕੀਤੀਆਂ, ਭਾਰਤ ਲਈ ਚੌਕੀਦਾਰਾ ਕਰਦੇ ਹੋ, ਅਤੇ ਚੌਕੀਦਾਰ ਨੂੰ ਤਾਂ ਪਿੰਡ ਦਾ ਕੋਈ ਪੰਚ ਨਹੀਂ ਬਣਾਉਂਦਾ, ਅਤੇ ਤੁਹਾਨੂੰ ਰਾਜ ਕੌਣ ਦੇਗਾ ਜੀ? ਜਿਹੜੀ ਮੈਂ ਗੱਲ ਕਰਦਾ ਸੀ ਰੈਪੇਰੀਅਨ ਕਾਨੂੰਨ ਦੀ, ਰੈਪੇਰੀਅਨ ਕਾਨੂੰਨ ਮੁਤਾਬਕ ਤੁਹਾਡਾ ਹੱਕ ਹੈ ਪਾਣੀਆਂ 'ਤੇ, ਤੁਹਾਡਾ ਹੱਕ ਹੈ ਬਿਜਲੀ 'ਤੇ, ਪਰ ਤੁਸੀਂ ਭਾਰਤ ਦੇ ਸਟੇਟ ਵਿੱਚੋਂ ਕਿਸੇ ਕੋਲੋਂ ਤੁਸੀਂ ਸੰਗਮਰਮਰ ਲੈਂਦੇ ਹੋ, ਤੁਹਾਨੂੰ ਮੁੱਲ ਮਿਲਦਾ। ਕੋਲਾ, ਲੋਹਾ, ਕੱਚਾ ਤੇਲ, ਸੋਨਾ, ਕੁਛ ਵੀ ਤੁਸੀਂ ਭਾਰਤ ਦੇ ਹੋਰ ਖਣਿਜ ਪਦਾਰਥ ਲੈਂਦੇ ਹੋ, ਤੁਹਾਨੂੰ ਮੁੱਲ ਮਿਲਦੇ ਆ ਭਾਰਤ ਦੇ ਸੂਬਿਆਂ ਤੋਂ, ਤਾਂ ਤੁਹਾਡੀ ਬਿਜਲੀ ਮਹਿੰਗੀ ਹੁੰਦੀ ਹੈ, ਕੋਲੇ ਤੋਂ ਤਿਆਰ ਮਿਲਦੀ ਹੈ। ਪਰ ਮੈਂ ਹੋਰ ਫਿਕਰਾਂ ਨਹੀਂ ਚੱਕਣੀਆਂ। ਅੱਜ ਜਿਹੜਾ ਪਿੱਛੇ ਇੱਕ ਬੇਈਮਾਨ ਲਾਲਾ ਤੁਹਾਡੇ ਵਿੱਚ ਦਿੱਲੀ ਤੋਂ ਚੱਲ ਕੇ ਆਇਆ, ਤੁਸੀਂ ਪਤਾ ਨਹੀਂ ਕੀ ਸੋਚਦੇ ਹੋ, ਦਿੱਲੀ ਵਾਲਿਆਂ ਦੇ ਮਗਰ ਲਾ ਕੇ ਤੁਰ ਪੈਂਦੇ ਹੋ। ਉਹ ਲਾਲਾ ਸਿਰਫ 812 ਕਿਊਸਕ ਪਾਣੀ ਲੈਂਦਾ ਹਿਮਾਚਲ ਕੋਲੋਂ ਸਾਲ ਦਾ, 21 ਕਰੋੜ ਰੁਪਈਆ ਉਹਨੂੰ ਦਾ ਮਾਲੀਆ ਦਿੰਦਾ ਰੈਪੇਰੀਅਨ ਕਾਨੂੰਨ ਅਨੁਸਾਰ, ਅਤੇ ਤੁਹਾਡਾ ਪੰਜਾਬ ਦਾ 1.25 ਲੱਖ ਕਿਊਸਕ ਪਾਣੀ ਹਰ ਸਾਲ ਲੁੱਟਦਾ, 3200 ਕਰੋੜ ਰੁਪਈਆ ਹਰ ਸਾਲ ਖਾਂਦਾ ਲਾਲਾ। ਪਰ ਤੁਸੀਂ ਝੰਡੀਆਂ ਚੱਕ ਲਈਆਂ, ਕਦੀ ਤੁਸੀਂ ਕਾਂਗਰਸ ਦੀਆਂ ਝੰਡੀਆਂ ਚੱਕ ਲਈਆਂ, ਤੁਸੀਂ ਖੇਤੀ ਕਾਨੂੰਨਾਂ ਦੀ ਗੱਲ ਕਰਦੇ ਸੀ, ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ, ਤੁਸੀਂ BJP ਦੀਆਂ ਝੰਡੀਆਂ ਚੱਕ ਲਈਆਂ, ਟੈਲੀਫੋਨ ਵਾਲਾ ਪੋਸਟਰ ਲਾ ਲਿਆ ਗਿਆ ਸਾਡੇ ਪਿੰਡਾਂ ਦੇ ਵਿੱਚ, ਉਹਦਾ ਮੋਦੀ ਨਾਲ ਜਾਰੀ ਸੀਗੀ। ਕਦੀ ਤੁਸੀਂ ਤੱਕੜੀ ਅਤੇ ਹਾਥੀ ਦੀਆਂ ਝੰਡੀਆਂ ਚੱਕ ਕੇ ਤੁਰ ਪਏ ਹੋ। ਉਹ ਤੁਸੀਂ ਗੁਰੂ ਦੇ ਸਿਧਾਂਤ ਅਨੁਸਾਰ ਕੇਸਰੀ ਅਤੇ ਨੀਲੇ ਨਿਸ਼ਾਨ ਸਾਹਿਬ ਲੈ ਕੇ ਕਦੋਂ ਇਹ ਗੱਲ ਕਹਿਣੀ ਆ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ? ਤੁਸੀਂ ਲਿਖ ਕੇ ਦਿੱਤਾ ਹੋਇਆ ਤੁਸੀਂ ਭਾਰਤ ਦੀ ਗੁਲਾਮੀ ਝੱਲਣੀ ਹੈ। ਜੇ ਇਹ ਸਮਾਗਮ ਮਨਾਉਣੇ ਆ, ਸ਼ਹਾਦਤਾਂ ਜਿਹੜੀਆਂ ਹੋਈਆਂ, ਹੁਣ ਦੀਪ ਸਿੰਘ ਸਿੱਧੂ ਦੀ ਹੋਈ ਹੈ, ਜਦੋਂ ਤੁਸੀਂ ਸਮਾਗਮ ਮਨਾ ਰਹੇ ਹੋ, ਇਹ ਸਮਾਗਮ ਮਨਾਏ ਤੁਹਾਡੇ ਸਫਲਤਾ ਆ, ਜੇਕਰ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਉੱਤੇ ਚੱਲਣਾ, ਅਤੇ ਜਿਹੜੀ ਉਹਨੇ ਗੱਲ ਕਹੀ ਹੈ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਦਾ ਦੋਹਰਾ ਤੁਸੀਂ ਪੜ੍ਹਦੇ ਹੋ ਗੁਰੂ ਦੀ ਹਜ਼ੂਰੀ ਵਿੱਚ, ਉੱਤੇ ਪਹਿਰਾ ਦੇਣਾ, ਅਤੇ ਆਪਣੇ ਗੁਰੂ ਘਰਾਂ ਦੇ ਜਿਹੜੇ ਖੁੱਲ੍ਹੇ ਦਰਸ਼ਨਦਾਰਾਂ ਦੀ ਤੁਸੀਂ ਨਿੱਤ ਅਰਦਾਸ ਕਰਦੇ ਹੋ। ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਹੋਰ ਗੁਰਦੁਆਰਿਆਂ ਤੋਂ ਤੁਹਾਨੂੰ ਵਿਛੋੜਿਆ ਗਿਆ, ਉਹ ਤਾਂ ਹੀ ਹੋ ਸਕਦਾ ਜੇ ਤੁਹਾਡੇ ਮੂਹਰੇ ਜਿਹੜੇ 3 ਬਾਰਡਰ ਪੈਂਦੇ ਆ, ਹੁਸੈਨੀ ਵਾਲਾ, ਸੁਲੇਮਾਨ ਕੀ ਅਤੇ ਬਾਘਾ, ਇਹ ਤਿੰਨੇ ਬਾਰਡਰ ਜੇ ਖੁੱਲ੍ਹਦੇ ਨਹੀਂ, ਇਹ ਤਾਂ ਖੁੱਲ੍ਹਣਗੇ ਜਦੋਂ ਤੁਸੀਂ ਇਸ ਧਰਤੀ ਦੇ ਉੱਤੇ ਖਾਲਸਾ ਰਾਜ ਕਾਇਮ ਕਰੋਗੇ। ਨਹੀਂ ਤਾਂ ਭਾਰਤ ਨੇ ਤੁਹਾਨੂੰ ਇਸ ਤਰ੍ਹਾਂ ਇੱਥੇ ਗੁਲਾਮ ਰੱਖਿਆ ਹੋਇਆ। ਮੈਂ ਛੋਟੀ ਜਿਹੀ ਗੱਲ ਕਰਕੇ ਆਪਣੇ ਕੁਛ ਵੀਰ ਜਿਹੜੇ ਹੈਗੇ ਉਹਨਾਂ ਨੂੰ ਸੰਬੋਧਨ ਹੋਣਾ, ਕੁਛ ਬੀਬੀਆਂ ਨੂੰ ਵੀ ਹੋਣਾ। ਹੁਣ ਇਹ ਗੱਲ ਥੋੜ੍ਹੀ ਜਿਹੀ ਆਪਣੇ ਜ਼ਿਹਨ ਦੇ ਵਿੱਚ ਧਿਆਨ ਨਾਲ ਬਿਠਾ ਲਿਓ। ਜਿਸ ਵੇਲੇ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਂਦਾ, ਬਾਬਾ ਜੁਝਾਰ ਸਿੰਘ ਜੰਗ ਨੂੰ ਜਾਣ ਦੀ ਆਗਿਆ ਮੰਗਦਾ, 14 ਸਾਲ ਦਾ ਬੱਚਾ ਮੈਂ ਤਾਂ ਲਫ਼ਜ਼ ਬੋਲਿਆ 14 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੁੰਦੀ, ਪਰ ਬਾਬਾ ਕਿਉਂ ਕਿਹਾ? ਬਾਬਾ ਇਸ ਲਈ ਕਿਹਾ, ਕੁਰਬਾਨੀ ਦੇਖੋ, ਹੋਵੇ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਜੰਗ ਦੇ ਮੈਦਾਨ ਨੂੰ ਜਾਣ ਦੀ ਆਗਿਆ ਮੰਗਦਾ, ਅਤੇ ਜਦੋਂ ਸ਼ਹੀਦ ਹੋ ਜਾਂਦਾ ਨਾ ਜੰਗ ਦੇ ਮੈਦਾਨ ਵਿੱਚ, ਬਾਬਾ ਜੁਝਾਰ ਸਿੰਘ ਵੀ ਜਾ ਕੇ, ਅਤੇ ਅੱਲਾ ਯਾਰ ਖਾਨ ਜੋਗੀ ਇੱਕ ਮੁਸਲਮਾਨ ਰਾਈਟਰ ਕਹਿੰਦਾ, ਮੈਂ ਸੋਚਿਆ ਹੁਣ ਰੋਏਗਾ ਇਹ, ਹੁਣ ਇਹਦੇ ਪੁੱਤਰ ਸ਼ਹੀਦ ਹੋ ਗਏ, ਪਰ ਦੁਨੀਆ 'ਚ ਕਿਹੋ ਜਿਹਾ ਪਿਓ ਹੋਗਾ ਜਿਹੜੇ ਉਸ ਵੇਲੇ ਉੱਪਰ ਖੜਾ ਹੋਇਆ ਚਮਕੌਰ ਦੀ ਗੜੀ 'ਤੇ ਕਹਿੰਦਾ
कुर्बान पिदर शाबाश पिसर, खूब दलेरी सो लड़े हो, हाँ क्यों ना हो गोबिंद के फरचंद बड़े हो। ਤੁਸੀਂ ਗੁਰੂ ਦੇ ਪੁੱਤਰ ਸੀ, ਤੁਸੀਂ ਇਸੇ ਤਰ੍ਹਾਂ ਹੀ ਲੜਨਾ ਸੀ, ਤੁਸੀਂ ਸ਼ਹੀਦ ਵੀ ਇਸੇ ਤਰ੍ਹਾਂ ਹੀ ਹੋਣਾ ਸੀ, ਕਿਉਂਕਿ ਤੁਸੀਂ ਪੁੱਤਰ ਗੁਰੂ ਗੋਬਿੰਦ ਸਿੰਘ ਦੇ ਸੀ। ਅਤੇ ਪਰ ਨਾਲ ਅਗਲੀ ਗੱਲ ਉਹਨਾਂ ਨੇ ਇਹ ਵੀ ਕਹੀ ਵੀ ਇਨ ਪੁੱਤਰ ਰਕੇ ਸੀਸ ਪਰ, ਬਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਇਸ਼ਾਰਾ ਤੁਹਾਡੇ ਵੱਲ ਸੀ ਨਾ, ਇਸ਼ਾਰਾ ਤੁਹਾਡੇ ਵੱਲ ਸੀ। ਬਾਰੀ ਉਹ ਚੀਜ਼ ਜਾਂਦੀ ਹੈ ਜਿਹਦੀ ਕੀਮਤ ਘੱਟ ਹੋਵੇ, ਜਿਹੜੀ ਕੀਮਤ ਵੱਧ ਹੋਵੇ ਉਹਦੇ ਤੋਂ ਉਹਨੂੰ ਘੱਟ ਕੀਮਤ ਵਾਲੇ ਨੂੰ ਵਾਰਿਆ ਜਾਂਦਾ। ਜਿਸ ਤਰ੍ਹਾਂ ਤੁਸੀਂ ਧੀਆਂ ਪੁੱਤਰਾਂ ਦੇ ਵਿਆਹ ਕਰਦੇ ਹੋ, ਤੁਸੀਂ ਪਰ ਵਾਰ ਨਾ ਕਰ ਦਿੰਦੇ ਹੋ ਕਿ ਆ ਮਾਇਆ ਦੀ ਸਾਡੇ ਮੂਹਰੇ ਕੋਈ ਕੀਮਤ ਨਹੀਂ ਹੈ, ਸਾਡਾ ਧੀ ਪੁੱਤ ਵੱਧ ਕੀਮਤੀ ਹੈ, ਪਰ ਪਾਤਸ਼ਾਹ ਨੇ ਤੁਹਾਨੂੰ ਵੱਧ ਕੀਮਤੀ ਸਮਝਿਆ। ਅਤੇ ਪਰ ਤੁਸੀਂ ਹਿੰਦ ਹਕੂਮਤ ਦੀ ਗੁਲਾਮੀ ਕਬੂਲ ਕਰਕੇ ਸਮਝੌਤਾ ਕਰ ਲਿਆ। ਇਹ ਮੈਨੂੰ ਨਹੀਂ ਪਤਾ ਤੁਸੀਂ ਕਿੰਨੀ ਦੇਰ ਗੁਲਾਮੀ ਝੱਲਣੀ ਆ, ਤੁਸੀਂ 5 ਸਾਲ ਝੱਲਣੀ ਹੈ, 10 ਸਾਲ ਝੱਲਣੀ ਹੈ, 15 20 ਸਾਲ 50 ਸਾਲ ਝੱਲ ਕੇ ਵੀ ਤਾਂ ਇਹ ਗੱਲ ਕਰਨੀ ਆ ਨਾ ਆਜ਼ਾਦੀ ਵਾਲੀ, ਕਿ ਆਪਣੀਆਂ ਨਸਲਾਂ ਜਿਹੜੀਆਂ ਉਹਨਾਂ ਨੂੰ ਖ਼ਤਮ ਕਰਕੇ ਤੁਸੀਂ ਇਹ ਗੱਲ ਕਰਨੀ ਆ। ਇੱਕ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਕੋਲੋਂ ਹੀ ਕੁਛ ਸਿੱਖ ਲੈਣਾ ਸੀ, ਜਿਸ ਤਰ੍ਹਾਂ ਪਿੱਛੇ ਭਾਈ ਸਾਹਿਬ ਨੇ ਗੱਲ ਕੀਤੀ ਹੈ, ਉਹਨਾਂ ਨੂੰ ਵੀ ਗੁਲਾਮੀ ਦੀ ਗੱਲ ਹੋਈ ਹੈ। ਪਰ ਉਹਨਾਂ ਨੇ ਇੱਕ ਗੱਲ ਕਹੀ, ਜਿਸ ਵੇਲੇ ਉਹਨੂੰ ਕਿਹਾ ਤੁਹਾਨੂੰ ਨੀਹਾਂ ਵਿੱਚ ਚਿੜ ਦੇਣਾ, ਤੁਹਾਨੂੰ ਸ਼ਹੀਦ ਕਰ ਦੇਣਾ, ਮੌਤ ਦੇ ਡਰਾਵੇ ਦੇ ਨਾਲ ਅਖੀਰ ਵਿੱਚ ਦਿੱਤੇ ਆ, ਤਾਂ ਉਹਨੇ ਇੱਕੋ ਹੀ ਗੱਲ ਕਹੀ। ਉਹ ਮੈਂ ਗੱਲ ਕਰਕੇ ਹੁਣ ਸਮਾਪਤੀ ਕਰ ਦੇਣੀ ਆ, ਮੇਰੇ ਕੋਲ ਬਹੁਤਾ ਸਮਾਂ ਨਹੀਂ, ਸਮਾਪਤੀ ਕਰ ਦੇਣੀ। ਉਹ ਗੱਲ ਇਹ ਕਹਿੰਦੇ ਰਹੇ, ਉਹਨੇ ਵਜ਼ੀਰ ਖਾਨ ਵੱਲ ਹੱਥ ਕੀਤਾ, ਉਹਦੀ ਕਚਹਿਰੀ ਵਿੱਚ ਖੜੇ ਹੋ ਕੇ, ਕਹਿੰਦੇ ਇਹਨੇ ਨਾਜ ਹੈ ਫੌਜੋਂ ਪੇ, ਇਹਨੂੰ ਆਪਣੀਆਂ ਫੌਜਾਂ ਦੇ ਨਾਜ ਹੈ ਜਿਹੜੀਆਂ ਲਈ ਫਿਰਦਾ, ਭਾਰੀ ਫੌਜਾਂ ਇਹਦੇ ਕੋਲ, ਇਹਨੂੰ ਆਪਣੀਆਂ ਫੌਜਾਂ 'ਤੇ ਨਾਜ ਹੈ। ਪਰ ਜਿਹੜਾ ਸੁੱਚਾ ਨੰਦ ਕਹਿੰਦਾ ਸੀ ਉਹਦੀ ਕਚਹਿਰੀ ਵਿੱਚ ਖੜਾ ਵੀ ਸੱਪ ਦੇ ਪੁੱਤਰ ਸੱਪ ਆ, ਉਹਨੂੰ ਕਹਿੰਦੇ ਤੂੰ ਮੈਂ ਦੇਵੀ ਪੇ ਮਾਣ ਹੈ, ਤੂੰ ਜਿਹੜੀ ਆਪਣੀ ਦੇਵੀ ਨੂੰ ਧਿਆਉਣਾ ਤੈਨੂੰ ਮਾਣ ਉੱਤੇ ਹੈ। ਪਰ ਕਹਿੰਦੇ ਹਮ ਤੋਂ ਆਸ਼ਕ ਹੈ ਖੁਦਾ ਕੇ ਹਥੇਲੀ ਪੇ ਜਾਣ ਹੈ, ਡਰਾਉਣਾ ਕਿਹਨੂੰ ਹੈ ਸਾਨੂੰ, ਅਸੀਂ ਤਾਂ ਉਸ ਅਕਾਲ ਪੁਰਖ ਦੇ ਉਪਾਸ਼ਕ ਹਾਂ, ਜਾਨ ਤਾਂ ਅਸੀਂ ਪਹਿਲੇ ਹਥੇਲੀ 'ਤੇ ਰੱਖੀ ਹੋਈ ਹੈ। ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰਾ ਜਹਾਨ ਸਾਜਦਾ ਮਾਰਗ, ਤੁਹਾਨੂੰ ਗੁਰੂ ਨੇ ਵੀ ਇਹੀ ਪੜ੍ਹਾਇਆ, ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮਰੀ ਆਓ। ਇਸ ਲਈ ਜੀਣ ਦੀ ਉਮੀਦ ਆਪਣੇ ਦਿਲ ਦੇ ਵਿੱਚੋਂ ਕੱਢ ਕੇ ਇਸ ਧਰਤੀ ਨੂੰ, ਜਿੱਥੇ ਕਦੇ ਗੁਰੂ ਪਾਤਸ਼ਾਹਾਂ ਦੀ ਅਤੇ ਸਿੰਘਾਂ ਦੀ ਕਰਮ ਭੂਮੀ ਆ, ਜਿੱਥੇ ਇੱਥੇ ਸ਼ਹਾਦਤਾਂ ਹੋਈਆਂ, ਇਹਨੂੰ ਭਾਰਤ ਦੇ ਚੰਗਾ ਜੋ ਆਜ਼ਾਦ ਕਰਵਾ ਲਓ। ਇਸ ਤੋਂ ਬਿਨਾਂ ਤੁਹਾਡੀ ਗਤੀ ਨਹੀਂ ਹੋ ਸਕਦੀ। ਤੁਸੀਂ ਅੱਜ ਵੀ ਗੁਰੂ ਦੇ ਨਤਮਸਤਕ ਹੁੰਦੇ ਹੋ, 47 ਤੋਂ ਹੁਣ 'ਤੇ ਆਏ ਹੋ, ਅਰਦਾਸ ਵੀ ਕਰਦੇ ਹੋ, ਜਿਹਨਾਂ ਗੁਰਧਾਮਾਂ ਤੋਂ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਬਖਸ਼। ਤੁਸੀਂ ਦੋਹਰਾ ਵੀ ਪੜ੍ਹਦੇ ਹੋ, ਗੁਰੂ ਦੇ ਸਨਮੁਖ ਹੋ ਕੇ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਏ। ਇਹ ਰਾਜ ਤਾਂ ਆਉਣਾ ਜੇ ਤੁਸੀਂ ਸਾਰੇ ਰਲ ਕੇ ਇੱਕ ਮੁੱਠ ਹੋ ਕੇ ਉਸ ਖਾਲਸਾ ਰਾਜ ਨੂੰ ਖਾਲਿਸਤਾਨ ਦਾ ਨਾਮ ਦੇ ਕੇ ਸੰਘਰਸ਼ੀਲ ਹੋਵੋਗੇ। ਜੇ ਕਿਸੇ ਨੇ ਡੈਫੀਨੇਸ਼ਨ ਪੁੱਛਣੀ ਹੋਵੇ ਤਾਂ ਮੇਰੇ ਤੋਂ ਬਾਅਦ 'ਚ ਪੁੱਛ ਲਿਓ, ਕੋਈ ਸਮਾਂ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।